ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਸਾਡੀ ਅੱਜ ਦੀ ਕਹਾਣੀ ਹੈ ਚੰਦੋਆ, ਜੋ ਕਿ ਡਾਕਟਰ ਕਰਤਾਰ ਸਿੰਘ ਸੂਰੀ ਦੁਆਰਾ ਲਿਖੀ ਗਈ ਹੈ। ਸਭ ਤੋਂ ਪਹਿਲਾਂ ਤਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਚੰਦੋਏ ਤੋਂ ਕੀ ਭਾਵ ਹੈ ਜਾਂ ਚੰਦੋਆ ਕੀ ਹੁੰਦਾ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਜਿਹੜੀ ਚਾਨਣੀ ਉੱਤੇ ਛੱਤ ਨਾਲ ਬੰਨ੍ਹੀ ਜਾਂਦੀ ਹੈ ਉਸ ਨੂੰ ਚੰਦੋਆ ਕਹਿੰਦੇ ਹਨ। ਸੋ ਇੱਕ ਵਾਰੀ ਫੇਰ ਰਿਪੀਟ ਕਰ ਦਿੰਦੀ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਜਿਹੜੀ ਚਾਨਣੀ ਉੱਤੇ ਛੱਤ ਨਾਲ ਬੰਨ੍ਹੀ ਜਾਂਦੀ ਹੈ ਉਸ ਨੂੰ ਚੰਦੋਆ ਕਹਿੰਦੇ ਹਨ। ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਕਦੋਂ ਵੀ ਕਿਸੇ ਦੇ ਘਰ ਪਾਠ ਹੁੰਦਾ ਤਾਂ ਜਦੋਂ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤਾਂ ਉਹ ਸਿੱਧਾ ਹੀ ਨਹੀਂ ਕੀਤਾ ਜਾਂਦਾ। ਸਭ ਤੋਂ ਪਹਿਲਾਂ ਉੱਪਰ ਚਾਨਣੀ ਬੰਨ੍ਹੀ ਜਾਂਦੀ ਹੈ ਅਤੇ ਉਸ ਚਾਨਣੀ ਨੂੰ ਹੀ ਚੰਦੋਆ ਕਿਹਾ ਜਾਂਦਾ। ਸੋ ਫਿਰ ਲੋਕਾਂ ਦੀ ਸੋਚ ਉੱਪਰ ਵੀ ਆਧਾਰਿਤ ਹੈ ਕਿ ਲੋਕ ਸੁੱਖਣਾ ਸੁੱਖਦੇ ਨੇ ਵੀ ਉਹਨਾਂ ਲਈ ਕੁਛ ਚੰਗਾ ਹੋਵੇ, ਪਰ ਸੁੱਖ ਤਾਂ ਸੁੱਖ ਲੈਂਦੇ ਆ, ਉਸ ਸੁੱਖ ਨੂੰ ਪੂਰਾ ਕਰਨ ਦੀ ਯੋਗਤਾ ਉਹਨਾਂ ਦੇ ਅੰਦਰ ਨਹੀਂ ਹੁੰਦੀ। ਸੋ ਇਸ ਕਹਾਣੀ ਵਿੱਚ ਵੀ ਚੰਦੋਆ ਦੀ ਸੁੱਖ ਸੁੱਖੀ ਜਾਂਦੀ ਹੈ, ਪਰ ਜੌਨ ਸਿੰਘ ਉਸ ਨੂੰ ਪੂਰਾ ਕਰਨ ਦੇ ਵਿੱਚ ਅਸਮਰਥ ਰਹਿੰਦਾ। ਸੋ ਚੰਦੋਆ ਕਹਾਣੀ ਵਿੱਚ ਕਹਾਣੀਕਾਰ ਨੇ ਇਹ ਵੀ ਦੱਸਣ ਦਾ ਯਤਨ ਕੀਤਾ ਹੈ ਕਿ ਅਮੀਰ ਆਦਮੀ ਲਈ ਆਪਣੇ ਦੋਸਤਾਂ ਦੇ ਸਾਹਮਣੇ ਗਰੀਬ ਵਿਅਕਤੀ ਨੂੰ ਆਪਣਾ ਰਿਸ਼ਤੇਦਾਰ ਕਹਿਣਾ ਬੇਇੱਜ਼ਤੀ ਲੱਗਦੀ ਹੈ। ਦੂਜੇ ਪਾਸੇ ਗਰੀਬ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਦਾ ਅਮੀਰ ਰਿਸ਼ਤੇਦਾਰ ਉਸ ਦੀ ਮਦਦ ਜ਼ਰੂਰ ਕਰੇਗਾ, ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਪੂੰਜੀਵਾਦ ਦੇ ਪ੍ਰਭਾਵ ਅਧੀਨ ਅੱਜ ਦੇ ਸਮੇਂ ਵਿੱਚ ਰਿਸ਼ਤੇਦਾਰੀ ਵੀ ਪੈਸੇ ਉੱਪਰ ਹੀ ਆਧਾਰਿਤ ਹੈ। ਇਸ ਲਈ ਗਰੀਬ ਅਤੇ ਅਮੀਰ ਵਿਚਕਾਰ ਰਿਸ਼ਤਾ ਕਾਇਮ ਨਹੀਂ ਹੋ ਸਕਦਾ। ਅੱਜ ਦਾ ਸਮਾਂ ਅਜਿਹਾ ਬਣ ਗਿਆ ਹੈ ਕਿ ਸੁੱਖ ਵੇਲੇ ਤਾਂ ਸਾਰੇ ਸਾਥ ਨਿਭਾਉਂਦੇ ਹਨ, ਪਰ ਦੁੱਖ ਵੇਲੇ ਕੋਈ ਵੀ ਕਿਸੇ ਦੇ ਕੰਮ ਨਹੀਂ ਆਉਂਦਾ। ਸੋ ਕਹਾਣੀ ਵਿੱਚ ਇਸ ਤਰ੍ਹਾਂ ਦੱਸਿਆ ਗਿਆ ਕਿ ਦੋਵੇਂ ਪਤੀ ਪਤਨੀ ਰੇਲ ਦਾ ਸਫ਼ਰ ਕਰ ਰਹੇ ਸਨ। ਜੌਨ ਸਿੰਘ ਬਾਰੀ ਦੀ ਫੱਟੀ ਨਾਲ ਢਾਸਣਾ ਲਾਈ ਊਂਘ ਰਿਹਾ ਸੀ ਮਤਲਬ ਸੁਸਤਾ ਰਿਹਾ ਸੀ, ਅਤੇ ਉਸ ਦੀ ਘਰਵਾਲੀ ਸਾਹਮਣੀ ਸੀਟ 'ਤੇ ਬੈਠੀ ਕਾਕੇ ਨੂੰ ਦੁੱਧ ਚੁੰਘਾ ਰਹੀ ਸੀ। ਕਾਕੇ ਤੋਂ ਵੱਡੀਆਂ ਦੋਵੇਂ ਕੁੜੀਆਂ ਉਸ ਦੇ ਨਾਲ ਗੁੱਛਾ ਮੁੱਛਾ ਹੋਈਆਂ ਸੁੱਤੀਆਂ ਹੋਈਆਂ ਸਨ, ਜਿਵੇਂ ਉਹਨਾਂ ਨੂੰ ਠੰਡ ਲੱਗ ਰਹੀ ਹੋਵੇ, ਰੁੱਤ ਜੋ ਸਿਆਲ ਦੀ ਸੀ। ਸੋ ਜੌਨ ਸਿੰਘ ਜਿਹੜਾ ਹੈ ਉਹ ਰੇਲ ਵਿੱਚ ਸਫ਼ਰ ਕਰ ਰਿਹਾ ਸੀ। ਉਸ ਦੀਆਂ ਦੋਵੇਂ ਕੁੜੀਆਂ ਅਤੇ ਉਸ ਦਾ ਪੁੱਤਰ ਉਸ ਦੇ ਨਾਲ ਸੀ ਅਤੇ ਸਰਦੀ ਦਾ ਸਮਾਂ ਸੀ। ਉਸ ਦੀ ਪਤਨੀ ਨੇ ਉਸ ਦੇ ਜੇਬ ਵੱਲ ਹੱਥ ਵਧਾਉਂਦਿਆਂ ਕਿਹਾ, ਕਰੋ ਨਾ ਉਰਾਂ ਬਟੂਆ, ਅਤੇ ਕਹਿੰਦਿਆਂ ਇੰਦਰ ਕੌਰ ਨੇ ਉਸ ਦੀ ਬਾਹਰਲੀ ਜੇਬ ਵਿੱਚੋਂ ਬਟੂਆ ਖਿੱਚ ਲਿਆ। ਇੰਦਰ ਕੌਰ ਦੀ ਆਵਾਜ਼ ਅਤੇ ਨਾਲੇ ਉਸ ਦੀਆਂ ਉਂਗਲਾਂ ਦੀ ਛੋਹ ਨੇ ਜੌਨ ਸਿੰਘ ਨੂੰ ਜਗਾ ਦਿੱਤਾ। ਸ਼ਾਇਦ ਇਸ ਵੇਲੇ ਉਹ ਝਪਕੀ ਦੇ ਉਡਣ ਖਟੋਲੇ 'ਤੇ ਚੜ੍ਹਿਆ ਰੇਲ ਨਾਲੋਂ ਵੀ ਪਹਿਲਾਂ ਗੁਰੂ ਕੀ ਨਗਰੀ ਜਾ ਪਹੁੰਚਿਆ ਸੀ, ਜਿਸ ਦੇ ਦਰਸ਼ਨਾਂ ਲਈ ਉਹ ਅਤੇ ਉਸ ਦੀ ਪਤਨੀ ਕਈਆਂ ਸਾਲਾਂ ਤੋਂ ਤਰਸਦੇ ਰਹੇ ਸਨ। ਜੌਨ ਸਿੰਘ ਰੇਲਵੇ ਇੰਜਣ ਦਾ ਫਾਇਰਮੈਨ ਹੈ। ਰੇਲਵੇ ਮੁਲਾਜ਼ਮ ਹੋਣ ਕਰਕੇ ਭਾਵੇਂ ਉਸ ਨੂੰ ਆਉਣ ਜਾਣ ਦਾ ਪਾਸ ਮਿਲ ਸਕਦਾ ਸੀ, ਪਰ ਤਾਂ ਵੀ ਉਸ ਦੇ ਰਸਤੇ ਵਿੱਚ ਇੱਕ ਮੁਸ਼ਕਿਲ ਆ ਬਣੀ, ਜਿਸ ਲਈ ਉਸ ਦਾ ਅੰਮ੍ਰਿਤਸਰ ਜਾਣਾ ਪਿਛਾਂਹ ਪੈਂਦਾ ਗਿਆ। ਅਤੇ ਇਹ ਸੀ ਉਸ ਦੀ ਸੁਖਣਾ ਜਿਹੜੀ ਉਸ ਨੇ ਸੁੱਖੀ ਹੋਈ ਸੀ, ਚੰਦੋਆ ਚੜ੍ਹਾਉਣ ਦੀ, ਜਿਸ ਉੱਤੇ ਘੱਟੋ ਘੱਟ 100-125 ਰੁਪਇਆ ਖਰਚ ਆਉਂਦਾ ਸੀ। ਉਸ ਦੇ ਘਰ ਉੱਪਰ ਉਹ ਥਲੀ 2 ਕੁੜੀਆਂ ਹੋਈਆਂ। ਕਿੰਨੀਆਂ ਕੁੜੀਆਂ? 2। ਉਹ ਵੀ ਮਹੀਨੇ ਵਿੱਚ 32 ਦਿਨ ਬਿਮਾਰ ਰਹਿੰਦੀਆਂ। 32 ਦਿਨ ਬਿਮਾਰ ਰਹਿਣਾ ਮਤਲਬ ਬਹੁਤ ਜ਼ਿਆਦਾ ਬਿਮਾਰ ਰਹਿਣਾ। ਉੱਤੋਂ ਕਿਸੇ ਸਾਧੂ ਨੇ ਇਹ ਭਰਮ ਪਾ ਦਿੱਤਾ। ਸੋ ਯਾਦ ਰੱਖਣ ਵਾਲੀ ਗੱਲ ਕੀ ਹੈ ਕਿ ਕਿਸੇ ਸਾਧੂ ਨੇ ਭਰਮ ਪਾ ਦਿੱਤਾ ਕਿ ਉਹਨਾਂ ਦੇ ਘਰ 5 ਕੁੜੀਆਂ ਹੋਰ ਆਉਣਗੀਆਂ। ਇਸ ਕੁੜੀਆਂ ਦੇ ਤੂਫਾਨੀ ਹੱਲੇ ਨੂੰ ਰੋਕਣ ਲਈ ਇੱਕ ਦਿਨ ਦੋਹਾਂ ਪਤੀ ਪਤਨੀ ਨੇ ਰਲ ਕੇ ਸੁਖਣਾ ਸੁੱਖੀ ਕਿ ਜੇ ਉਹਨਾਂ ਦੇ ਘਰ ਪੁੱਤਰ ਹੋ ਪਵੇ ਤਾਂ ਉਹ ਅੰਮ੍ਰਿਤਸਰ ਵਾਲੇ ਗੁਰੂ ਬਾਬੇ ਦੇ ਦਰਬਾਰ ਸੁੱਚਾ ਚੰਦੋਆ ਚੜ੍ਹਾਉਣਗੇ। ਗੁਰੂ ਬਾਬੇ ਨੇ ਨੇੜਿਓਂ ਹੋ ਕੇ ਸੁਣੀ ਅਤੇ ਆਉਂਦੇ ਸਾਲ ਉਸ ਨੇ ਜੌਨ ਸਿੰਘ ਨੂੰ ਪੁੱਤਰ ਬਖਸ਼ ਦਿੱਤਾ। ਸੋ ਜਿਵੇਂ ਆਪਾਂ ਸਾਰੇ ਵਿਸ਼ੇਸ਼ ਤੌਰ 'ਤੇ ਪੰਜਾਬੀਆਂ ਉੱਪਰ ਤਾਂ ਗੱਲ ਲਾਗੂ ਹੁੰਦੀ ਹੈ ਕਿ ਵਹਿਮੀ ਹੁੰਦੇ ਆ। ਜੇ ਕੋਈ ਜਰਾ ਜਿੰਨੀ ਗੱਲ ਕਹਿ ਦੇਵੇ ਤਾਂ ਉਸ ਦੇ ਉੱਪਰ ਜ਼ਿਆਦਾ ਅਮਲ ਕਰਦੇ ਆ। ਸੋ ਜਿਵੇਂ ਸਾਧੂ ਨੇ ਵਹਿਮ ਪਾ ਦਿੱਤਾ ਵੀ 5 ਕੁੜੀਆਂ ਹੋਣਗੀਆਂ, ਤਾਂ ਫਿਰ ਉਸ ਨੇ ਸੁਖਣਾ ਸੁੱਖੀ ਵੀ ਜੇ ਉਸਦੇ ਘਰ ਪੁੱਤਰ ਹੋ ਗਿਆ ਤਾਂ ਉਹ ਗੁਰੂ ਬਾਬੇ ਦੇ ਦਰਬਾਰ ਸੁੱਚਾ ਚੰਦੋਆ ਚੜ੍ਹਾਏਗਾ। ਸੋ ਉਸ ਦੀ ਸੁਖਣਾ ਪੂਰੀ ਹੋ ਗਈ।
ਤਨਖਾਹ ਉਸਦੀ ਜੋ ਫਾਇਰਮੈਨ ਦੀ ਹੁੰਦੀ ਹੈ ਕੁੱਲ 80 ਰੁਪਏ ਸੀ, ਜਿਸ ਨਾਲ ਮਸੇ ਮਰ ਕੇ 4-5 ਜੀਆਂ ਦਾ ਲੂਣ ਤੇਲ ਹੀ ਪੂਰਾ ਹੁੰਦਾ ਸੀ। ਸੋ ਉਹ ਫਾਇਰਮੈਨ ਸੀ, ਮਸਾਂ ਹੀ ਉਸਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਇੱਕ ਮਹੀਨੇ ਜੇ 5-7 ਬਚ ਜਾਂਦੇ ਤਾਂ ਦੂਜੇ ਮਹੀਨੇ ਅਚਾਨਕ ਹੀ ਕੋਈ ਐਸੀ ਤੋੜ ਆ ਬਣਦੀ, ਮਤਲਬ ਐਸੀ ਕੋਈ ਕਮੀ ਹੋ ਜਾਂਦੀ ਕਿ 10-5 ਦਾ ਉਲਟਾ ਕਰਜ਼ ਚੜ੍ਹ ਜਾਂਦਾ। ਪਰ ਸੁਖਣਾ ਨੂੰ ਤਾਂ ਟਾਲਿਆ ਨਹੀਂ ਸੀ ਜਾ ਸਕਦਾ, ਇਹ ਤਾਂ ਹਰ ਹੀਲੇ ਦੇਣੀ ਹੀ ਸੀ। ਜਦੋਂ ਪਿਛਲੇਰੇ ਮਹੀਨੇ ਬੱਚੇ ਨੂੰ ਕਾਕੜਾ ਲਾਕੜਾ ਨਿਕਲ ਪਿਆ, ਜਿਵੇਂ ਮਾਤਾ ਨਿਕਲ ਆਉਂਦੀ ਹੈ, ਚਿਕਨ ਪੌਕਸ ਹੋ ਜਾਂਦੀ ਹੈ, ਉਸ ਬਿਮਾਰੀ ਨੂੰ ਕੀ ਕਿਹਾ ਗਿਆ? ਕਾਕੜਾ ਲਾਕੜਾ। ਤਾਂ ਦੋਹਾਂ ਦੀ ਖਾਨਿਓ ਗਈ, ਭਾਵੇਂ ਗੁਰੂ ਬਾਬੇ ਦੀ ਕਰੋਪੀ ਦਾ ਫਲ ਹੋਵੇ। ਮਤਲਬ ਉਹਨਾਂ ਨੂੰ ਲੱਗਿਆ ਵੀ ਜੇ ਬੱਚਾ ਉਹਨਾਂ ਦਾ ਬਿਮਾਰ ਹੋ ਗਿਆ ਤਾਂ ਇਹ ਸਾਰਾ ਕੁਝ ਚੰਦੋਆ ਨਾ ਚੜ੍ਹਾਉਣ ਕਰਕੇ ਹੋਇਆ। ਸੋ ਦੋਹਾਂ ਨੇ ਅਰਜ਼ੋਈਆਂ ਕੀਤੀਆਂ, ਅਰਦਾਸ ਕੀਤੀ, ਹੇ ਸੱਚਾ ਪਾਤਸ਼ਾਹ, ਜੇ ਮਿਹਰ ਕਰਕੇ ਦਿੱਤਾ ਹੀ ਤਾਂ ਹੁਣ ਇਸ ਦਾ ਧਾਗਾ ਲੰਮਾ ਕਰੀ। ਅਸੀਂ ਇਸ ਦੇ ਰਾਜ਼ੀ ਹੋਣ ਤੋਂ 40 ਦਿਨਾਂ ਦੇ ਅੰਦਰ ਤੇਰੇ ਦਰਬਾਰ ਚੰਦੋਆ ਚੜ੍ਹਾਵਾਂਗੇ। ਅਤੇ ਫਿਰ ਜਿਉਣ ਸਿੰਘ ਨੂੰ ਗੁਰੂ ਬਾਬੇ ਦੀ ਜ਼ਾਹਰਾ ਕਰਾਮਾਤ ਨਜ਼ਰ ਆਈ, ਜਦੋਂ ਉਸਦਾ ਕਾਕਾ 8 ਵਾਰੀ ਦੇ ਅੰਦਰ ਅੰਦਰ ਨਵਾਂ ਨਰਵਾ ਹੋ ਗਿਆ। ਮਤਲਬ ਉਸਨੇ ਫਿਰ ਸੁਖੀ ਪਰਮਾਤਮਾ ਅੱਗੇ ਅਰਦਾਸ ਕੀਤੀ ਵੀ ਉਸਦਾ ਜਿਹੜਾ ਪੁੱਤਰ ਆ ਉਹ ਠੀਕ ਹੋ ਜਾਵੇ, ਅਤੇ ਉਹ 8 ਦਿਨਾਂ ਦੇ ਅੰਦਰ ਅੰਦਰ ਠੀਕ ਹੋ ਗਿਆ। ਖੁਸ਼ੀ ਅਤੇ ਸ਼ਰਧਾ ਨਾਲ ਦੋਹਾਂ ਪਤੀ ਪਤਨੀ ਦੀਆਂ ਰੂਹ ਬਾਗ ਹੋ ਗਈਆਂ। ਪਰ ਅਗਲੇ ਸਵਾਲ ਨੇ ਉਹਨਾਂ ਦੀ ਖੁਸ਼ੀ ਨੂੰ ਕਿਰਕਰਾ ਕਰ ਦਿੱਤਾ, ਮਤਲਬ ਬੇਸਵਾਦੀ ਹੋ ਗਈ ਉਹਨਾਂ ਦੀ ਖੁਸ਼ੀ। ਉਹ ਗੱਲ ਕੀ ਸੀ? ਚੰਦੋਏ ਲਈ ਰੁਪਏ। ਨਿਰਾ ਰੁਪਇਆਂ ਦਾ ਹੀ ਸਵਾਲ ਨਹੀਂ ਸੀ, ਇੱਦੋਂ ਵੀ ਵੱਡਾ ਸਵਾਲ ਸੀ ਛੁੱਟੀ ਦਾ, ਕਿਉਂਕਿ ਉਸਦੀ ਛੁੱਟੀ ਡਿਊ ਨਹੀਂ ਸੀ, ਮਤਲਬ ਬਾਕੀ ਨਹੀਂ ਸੀ। ਉਹਦੀਆਂ ਸਾਰੀਆਂ ਛੁੱਟੀਆਂ ਖਤਮ ਹੋ ਗਈਆਂ ਸੀ, ਕਦੀ ਬੱਚਿਆਂ ਦੀ ਬਿਮਾਰੀ ਕਰਕੇ, ਕਦੇ ਰਿਸ਼ਤੇਦਾਰਾਂ ਦੇ ਮਰਨਿਆਂ ਪਰਨਿਆਂ 'ਤੇ ਜਾਣ ਲਈ, ਅਤੇ ਕਦੇ ਲਗਾਤਾਰ ਰਾਤ ਦੀ ਡਿਊਟੀ ਦੇ ਅਨੀਂਦੇ ਘੱਟ ਉਹ ਆਪ ਬਿਮਾਰ ਹੋ ਜਾਂਦਾ ਰਿਹਾ, ਜਿਸ ਕਰਕੇ ਇਹਨਾਂ ਹੀ ਖਾਤਿਆਂ ਵਿੱਚ ਉਸਦੀਆਂ ਸਾਰੀਆਂ ਛੁੱਟੀਆਂ ਲੇਖੇ ਲੱਗ ਗਈਆਂ ਸਨ। ਬੜੀ ਹਫੜਾ ਦਫੜੀ ਮੱਚੀ। ਉਸਨੇ ਹੱਦੋਂ ਬਾਹਲੀ ਨੱਠ ਭੱਜ ਕੀਤੀ। ਸ਼ੰਟਰ ਤੋਂ ਲੈ ਕੇ ਫੋਰਮੈਨ ਤੱਕ ਸਭ ਦੀਆਂ ਉਸ ਖੁਸ਼ਾਮਦਾਂ ਕੀਤੀਆਂ, ਮਤਲਬ ਲੋਕਾਂ ਦੇ ਤਰਲੇ ਮਿੰਨਤਾਂ ਕੀਤੀਆਂ ਕਿ ਕਿਵੇਂ ਉਸ ਨੂੰ ਬਹੁਤੀ ਨਹੀਂ ਤਾਂ 1 ਹਫ਼ਤੇ ਦੀ ਛੁੱਟੀ ਮਿਲ ਜਾਵੇ, ਤਾਂ ਮਸੇ ਕਿਤੇ ਜਾ ਕੇ ਉਸ ਨੂੰ 5 ਦਿਨਾਂ ਦੀ ਛੁੱਟੀ ਮਿਲੇ। ਹੁਣ ਬਾਕੀ ਸਵਾਲ ਰਹਿ ਗਿਆ ਰੁਪਇਆਂ ਦਾ। ਰੇਲ ਦਾ ਪਾਸ ਭਾਵੇਂ ਸਰਕਾਰੀ ਸੀ, ਪਰ ਖਰਚ ਲਈ ਚੰਦੋਏ ਦੀ ਰਕਮ ਪਾ ਕੇ ਘੱਟੋ ਘੱਟ 150 ਲੋੜੀਂਦਾ ਸੀ। ਕਿੰਨੇ ਰੁਪਏ ਚਾਹੀਦੇ ਸੀ ਉਸਨੂੰ? 150। ਚਲੋ ਰਤੀ ਮਾਸਾ ਚੰਦੋਏ ਦੇ ਕੱਪੜੇ ਵਿੱਚ ਕਿਰਸ ਕਰ ਲਈ ਜਾਏਗੀ, ਮਤਲਬ ਜਿਹੜਾ ਚੰਦੋਏ ਦਾ ਜਿਹੜਾ ਕੱਪੜਾ ਉਹ ਥੋੜ੍ਹਾ ਜਿਹਾ ਸਸਤਾ ਖਰੀਦ ਲਿਆ ਜਾਏਗਾ, ਅਤੇ ਉਤਲੇ ਖਰਚ ਦਾ ਭਾਂਗਾ ਮਾਮੇ ਦੇ ਘਰ ਜਾ ਕੇ ਟਿਕਣ ਕਰਕੇ ਨਿਕਲ ਜਾਏਗਾ। ਫਿਰ ਵੀ 100 ਕੁ ਰੁਪਏ ਦਾ ਇੰਤਜ਼ਾਮ ਤਾਂ ਕਰਨਾ ਹੀ ਹੋਵੇਗਾ, ਅਤੇ ਇਸ ਰਕਮ ਲਈ ਜੌਨ ਸਿੰਘ ਨੇ ਕੋਈ ਹੀਲਾ ਬਾਕੀ ਨਾ ਛੱਡਿਆ। ਉਸਦੇ ਸਾਥੀ ਮਜ਼ਦੂਰ ਵੀ ਵਿਚਾਰੇ ਉਸ ਵਰਗੇ ਨੰਗ ਸਨ। ਫਿਰ ਵੀ ਜਿੰਨਾ ਕਿਸੇ ਤੋਂ ਸਰਿਆ ਉਹਨਾਂ ਨੇ ਉਸ ਨੂੰ ਦਿੱਤਾ, ਤਾਂ ਕਿਤੇ ਮਸੇ 50 ਕੁ ਰੁਪਏ ਉਸ ਪਾਸ ਜੁੜੇ। ਅੰਮ੍ਰਿਤਸਰ ਦੀ ਯਾਤਰਾ ਨੂੰ ਤਾਂ ਲਮਕਾਇਆ ਨਹੀਂ ਜਾ ਸਕਦਾ, ਜਦ ਕਿ ਕਾਕੇ ਨੂੰ ਰਾਜ਼ੀ ਹੋਇਆ ਮਹੀਨੇ ਤੋਂ ਜ਼ਿਆਦਾ ਹੋ ਗਿਆ ਸੀ। ਜੇ 40ਵਾਂ ਦਿਨ ਟੱਪ ਗਿਆ ਤਾਂ ਨਾ ਜਾਣੀਏ ਗੁਰੂ ਬਾਬੇ ਦੇ ਦਰ ਤੋਂ ਬੇਮੁਖ ਹੋ ਕੇ ਕਿਹੜੇ ਕਸ਼ਟਾਂ ਦਾ ਮੂੰਹ ਵੇਖਣਾ ਪਵੇ। ਅਖੀਰ ਜਦੋਂ ਹੋਰ ਪੈਸਿਆਂ ਦਾ ਕੋਈ ਰਾਹ ਨਾ ਸੁੱਝਿਆ ਤਾਂ ਜੌਨ ਸਿੰਘ ਨੇ ਸਲਾਹ ਕੀਤੀ, ਅੰਮ੍ਰਿਤਸਰ ਵਾਲੇ ਮਾਮਾ ਜੀ ਕਿਹੜੀ ਮਰਜ਼ ਦੀ ਦੁਆ ਨੇ। ਸੋ ਉਸਨੇ ਫਿਰ ਉਮੀਦ ਕੀਤੀ ਵੀ ਉਸਦਾ ਮਾਮਾ ਅੰਮ੍ਰਿਤਸਰ ਰਹਿੰਦਾ, ਥੋੜ੍ਹੀ ਬਹੁਤੀ ਤਾਂ ਉਹ ਮਦਦ ਕਰ ਹੀ ਦੇਵੇਗਾ। ਕੀ ਇੱਕ ਲੱਖਾਂਪਤੀ ਆਦਮੀ ਉਹਨਾਂ ਦੀ ਇੰਨੀ ਮਦਦ ਵੀ ਨਾ ਕਰੇਗਾ? ਅਤੇ ਇਸ ਹੌਸਲੇ 'ਤੇ ਇਹ ਜੋੜਾ ਆਪਣੇ ਬਾਲ ਬੱਚੇ ਨੂੰ ਲੈ ਕੇ ਅੰਮ੍ਰਿਤਸਰ ਦੀ ਯਾਤਰਾ ਲਈ ਗੱਡੀ 'ਤੇ ਸਵਾਰ ਹੋਇਆ। ਅੱਖਾਂ ਖੁੱਲ੍ਹਣ 'ਤੇ ਜੌਨ ਸਿੰਘ ਨੇ ਤੱਕਿਆ, ਇੰਦਰ ਕੌਰ ਬਟੂਏ 'ਚੋਂ ਨੋਟ ਕੱਢ ਕੇ ਗਿਣ ਰਹੀ ਸੀ। ਕੀ ਘੜੀ ਮੁੜੀ ਫੋਲਣ ਬਹਿ ਜਾਨੀ ਏ ਬਟੂਏ ਨੂੰ? ਜੌਨ ਸਿੰਘ ਨੇ ਮਿੱਠਾ ਜਿਹਾ ਰੋਸ ਪ੍ਰਗਟ ਕੀਤਾ। ਕਿਤੇ ਵੱਧ ਜਾਣੇ ਨੇ ਘੜੀ ਮੁੜੀ ਗਿਣਨ ਨਾਲ? ਮਤਲਬ ਜਿਵੇਂ ਆਮ ਸਾਨੂੰ ਆਦਤ ਹੁੰਦੀ ਹੈ, ਜਦੋਂ ਪੈਸੇ ਥੋੜ੍ਹੇ ਹੋਣ ਤਾਂ ਆਪਾਂ ਉਹਨੂੰ ਬਾਰ-ਬਾਰ ਗਿਣਦੇ ਹਾਂ। ਵੱਧ ਤਾਂ ਨਹੀਂ ਜਾਣੇ? ਇੰਦਰ ਕੌਰ ਥੋੜ੍ਹੀ ਜਿਹੀ ਬੇਵਸੀ ਅਤੇ ਕੁਝ ਸ਼ਰਮਿੰਦਗੀ ਦੇ ਭਾਵ ਵਿੱਚ ਬੋਲੀ, ਪਰ ਮੈਨੂੰ ਤੇ ਇਹੋ ਧੁੜਕੂ ਲੱਗਾ ਹੋਇਆ ਏ ਪਈ ਜੇ ਮਾਮੇ ਹੋਰਾਂ ਕੋਲੋਂ ਨਾ ਮਿਲੇ ਤਾਂ ਫੇਰ ਕੀ ਬਣੇਗਾ? ਸੱਚ ਕਿਸੇ ਕਿਹਾ, ਜੌਨ ਸਿੰਘ ਫਖਰੀ ਲਹਿਜੇ ਵਿੱਚ ਬੋਲਿਆ। ਜਨਾਨੀਆਂ ਦੀ ਖੁਰੀ ਪਿੱਛੇ ਮੱਤ ਹੁੰਦੀ ਹੈ। ਉਹਨੂੰ ਲੱਗਦਾ ਵੀ ਔਰਤਾਂ ਨੂੰ ਅਕਲ ਨਹੀਂ ਹੁੰਦੀ। 50 ਵਾਰੀ ਸਮਝਾਇਆ ਤੈਨੂੰ ਪਈ, ਤੂੰ ਫਿਕਰ ਨਾ ਕਰ। ਮਾਮੇ ਹੋਰਾਂ ਨੂੰ ਅਸੀਂ ਕੋਈ ਦੋ ਪਿਆਰੇ ਹਾਂ ਵੀ ਸਾਨੂੰ ਮਾਮੇ ਨੂੰ ਸਾਡੇ ਨਾਲ ਕੋਈ ਪਿਆਰ ਨਹੀਂ। ਨਾਲੇ ਉੱਥੇ ਕਿਹੜੀ ਗਿਣਤੀ ਹੈ 20-50 ਦੀ? ਗੁਰੂ ਦੀ ਮਿਹਰ ਨਾਲ ਅੰਦਰ ਬਾਹਰ ਭਰਿਆ ਛਲਕਦਾ। ਮਤਲਬ ਉਸਨੂੰ ਆਪਣੇ ਮਾਮੇ 'ਤੇ ਪੂਰਾ ਮਾਣ ਹੁੰਦਾ ਵੀ ਉਸਦਾ ਮਾਮਾ ਉਸਦੀ
ਮਦਦ ਕਰੇਗਾ, ਐਡਾ ਵੱਡਾ ਅਮੀਰ ਆਦਮੀ ਹੈ। ਤੂੰ ਵੇਖੀ ਤੇ ਸਹੀ ਇੱਕ ਵਾਰੀ। ਮਾਮੀ ਮੇਰੀ ਵੀ ਸੁਭਾਅ ਦੀ ਅਸਲੋਂ ਮਾੜੀ ਨਹੀਂ, ਰਤਾ ਸੋਮਣੀ ਹੈ ਸਹੀ, ਵੀ ਅਰੇ ਕੰਜੂਸ ਹੈ ਭਾਵੇਂ ਥੋੜ੍ਹੀ ਜਿਹੀ, ਪਰ ਸਾਡੇ ਨਾਲ ਥੋੜ੍ਹਾ ਹੀ ਸੋਮਪੁਣਾ ਕਰਨਾ ਸੂ। ਪਹਿਲ ਪਲਾਹੀ ਸੁੱਖ ਨਾਲ ਕਾਕਾ ਉਹਨਾਂ ਦੇ ਘਰ ਚੱਲਿਆ। ਅੱਲ ਬਹੁਤੇ ਨਹੀਂ ਤਾਂ 10-5 ਤਾਂ ਇਸ ਦੀ ਤਲੀ 'ਤੇ ਵੀ ਧਰਨ ਗਈ। ਜਿਵੇਂ ਪੰਜਾਬੀਆਂ ਵਿੱਚ ਹੁੰਦਾ ਕਿ ਜਦੋਂ ਵੀ ਕੋਈ ਕਿਸੇ ਦੇ ਘਰ ਪਹਿਲੀ ਵਾਰੀ ਜਾਂਦਾ ਤਾਂ ਉਸਨੂੰ ਸ਼ਗਨ ਵਜੋਂ ਕੁਝ ਨਾ ਕੁਝ ਦਿੱਤਾ ਹੀ ਜਾਂਦਾ, ਤਾਂ ਉਹਨੂੰ ਉਮੀਦ ਹੁੰਦੀ ਹੈ ਵੀ 10-5 ਤਾਂ ਰੁਪਏ ਉਹ ਉਸ ਦੇ ਦੋਤੇ ਨੂੰ ਤਾਂ ਦੇਣਗੇ ਹੀ। ਕੁਝ ਨਾ ਕੁਝ ਤੈਨੂੰ ਵੀ ਲੀੜਾ ਲੱਤਾ ਦੇਵੇਗੀ, ਭਾਵ ਤੈਨੂੰ ਵੀ ਕੱਪੜੇ ਦੇਵੇਗੀ। ਦੋਤਰਿਓ ਨੂੰਹ ਦਾ ਮਾਣ ਨਾ ਰੱਖਣਗੇ, ਨਾਲੇ ਕੁੜੀਆਂ ਨੇ ਕਿਹੜਾ ਰੋਜ਼-ਰੋਜ਼ ਉਹਨਾਂ ਦੇ ਘਰ ਜਾਣਾ। ਉਂਝ ਵੀ ਜਦੋਂ ਮਾਮੇ ਹੋਰਾਂ ਨੂੰ ਸੁਖਣਾ ਦੀ ਗੱਲ ਦੱਸੀ ਤਾਂ ਉਹਨਾਂ ਠਹਿ ਦੇ ਕੇ ਅੱਬਲ ਤੇ ਚੰਦੋਏ ਜੋਗੀ ਸਾਰੀ ਨਹੀਂ ਤੇ ਅੱਧੀ ਪੌਣੀ ਰਕਮ ਜ਼ਰੂਰ ਦੇ ਹੀ ਦੇਣੀ। ਪਤੀ ਦੀਆਂ ਗੱਲਾਂ ਸੁਣ ਕੇ ਇੰਦਰ ਕੌਰ ਦਾ ਡਿੱਗਦਾ ਉਤਸ਼ਾਹ ਇੱਕ ਵਾਰੀ ਫੇਰ ਕਾਇਮ ਹੋ ਗਿਆ। ਅੱਛਾ ਇੱਕ ਗੱਲ ਕਰੀ, ਜਿਵੇਂ ਮਾਸਟਰ ਆਪਣੇ ਵਿਦਿਆਰਥੀ ਨੂੰ ਇਮਤਿਹਾਨ 'ਤੇ ਜਾਣ ਤੋਂ ਪਹਿਲਾਂ ਸਮਝਾਉਂਦਾ ਹੈ। ਜੌਨ ਸਿੰਘ ਨੇ ਸਮਝਾਉਣਾ ਸ਼ੁਰੂ ਕੀਤਾ, ਜਰਾ ਕੂਣ ਸਹਿਣ ਲੱਗੀ ਤਹਿਜ਼ੀਬ ਦਾ ਖਿਆਲ ਰੱਖੀ, ਵੀ ਜਦੋਂ ਗੱਲਬਾਤ ਕਰੀ ਤਾਂ ਥੋੜ੍ਹੇ ਜਿਹੇ ਸਲੀਕੇ ਨਾਲ ਪੇਸ਼ ਆਈ। ਵੱਡੇ ਆਦਮੀ ਹੋਏ, ਇਹ ਨਾ ਦਿਲ ਵਿੱਚ ਸੋਚਣ ਵੀ ਕਿਹੋ ਜਿਹੇ ਗਵਾਰਾਂ ਨਾਲ ਉਹਨਾਂ ਦੀ ਸਾਕਾਦਾਰੀ ਹੈ, ਵੀ ਕਿਹੋ ਜਿਹੇ ਰਿਸ਼ਤੇਦਾਰਾਂ ਨਾਲ ਉਹਨਾਂ ਦਾ ਵਾਹ ਪੈ ਗਿਆ। ਲੈ ਇੰਦਰ ਕੌਰ ਆਪਣੀ ਲਿਆਕਤ ਦੇ ਮਾਣ ਵਿੱਚ ਬੋਲੀ, ਮੁੰਨੀ ਦਾ ਬਾਪੂ ਤੂੰ ਮੈਨੂੰ ਕਈ ਗਈ ਬੀਤੀ ਸਮਝ ਛੱਡਿਆ। ਜੰਮੀ ਭਾਵੇਂ ਪਿੰਡ ਵਿੱਚ ਆ, ਪਰ ਅੱਖਾਂ ਤਾਂ ਸ਼ਹਿਰ ਵਿੱਚ ਖੋਲ੍ਹੀਆਂ ਨੇ। ਮਾਮੀ ਇੱਕ ਵਾਰੀ ਆਸ਼ਾਸ਼ ਨਾ ਕਰ ਉੱਠੀ ਤੇ ਆਖੀ, ਮਤਲਬ ਉਸਨੇ ਇੰਦਰ ਕੌਰ ਨੇ ਬੜੇ ਮਾਣ ਵਿੱਚ ਇਹ ਗੱਲ ਕਹੀ ਕਿ ਵੀ ਤੂੰ ਮੈਨੂੰ ਐਵੇਂ ਨਾ ਸਮਝੀ, ਮੈਂ ਵੀ ਚੰਗੇ ਤਰੀਕੇ ਨਾਲ ਹੀ ਪੇਸ਼ ਆਵਾਂਗੀ। ਸ਼ਾਬਾਸ਼ੀ ਕਹਿ ਕੇ ਮੁਸਕਰਾਉਂਦਿਆਂ ਹੋਇਆਂ ਜੌਨ ਸਿੰਘ ਨੇ ਦਾਤ ਦਿੱਤੀ, ਮਤਲਬ ਸ਼ਾਬਾਸ਼ ਦਿੱਤੀ। ਉਸਦੀ ਸਲਾਹ ਤਾਂ ਇੱਕ ਅੱਧ ਥਾਪੀ ਦੇਣ ਦੀ ਹੋਈ, ਪਰ ਲਾਗੇ ਬੈਠੀਆਂ ਸਵਾਰੀਆਂ ਦੇ ਲਿਹਾਜ਼ੋਂ ਉਹ ਐਸਾ ਨਾ ਕਰ ਸਕਿਆ। ਇਸ ਸੰਖੇਪ ਜਿਹੇ ਪ੍ਰਸ਼ਨ ਉੱਤਰ ਨੇ ਦੋਹਾਂ ਦੇ ਦਿਲਾਂ ਨੂੰ ਖੁਸ਼ੀ ਨਾਲ ਛਲਕਾ ਦਿੱਤਾ। ਭਵਿੱਖ ਦੇ ਸੁਨਹਿਰੀ ਨਕਸ਼ਿਆਂ ਨੇ ਉਹਨਾਂ ਦੀਆਂ ਅੱਖਾਂ ਵਿੱਚ ਨਸ਼ਾ ਜਿਹਾ ਭਰ ਦਿੱਤਾ, ਮਤਲਬ ਉਹਨਾਂ ਨੂੰ ਆਸ ਜਿਹੀ ਬੱਝ ਗਈ। ਇਸ ਨਸ਼ੇ ਦੀ ਮਸਤੀ ਵਿੱਚ ਉਹ ਦੋਵੇਂ ਕਿੰਨਾ ਹੀ ਚਿਰ ਗੱਲਾਂ ਕਰਦੇ ਰਹੇ, ਜਿਨ੍ਹਾਂ ਦਾ ਵਿਸ਼ਾ ਸੀ ਜਾਂ ਬਾਬੇ ਦਾ ਦਰਬਾਰ ਤੇ ਜਾਂ ਅੰਮ੍ਰਿਤਸਰ ਦੀਆਂ ਸੁਗਾਤਾਂ, ਪਾਪੜ ਵੜੀਆਂ ਤੋਂ ਲੈ ਕੇ ਮੁਰਾਦਾਬਾਦੀ ਭਾਂਡਿਆਂ ਤੱਕ। ਤੇ ਇਸ ਵਿਚਾਲੇ ਜਦੋਂ ਵੀ ਪੈਸਿਆਂ ਦਾ ਸਵਾਲ ਆਉਂਦਾ, ਪਤੀ ਦੀ ਇੱਕੋ ਦਲੀਲ ਨਾਲ ਪਤਨੀ ਦੀ ਤਸੱਲੀ ਹੋ ਜਾਂਦੀ, ਮਾਮਾ ਜੋ ਹੈ ਉੱਥੇ। ਗੱਲਾਂ ਕਰਦਿਆਂ ਜੌਨ ਸਿੰਘ ਨੂੰ ਫੇਰ ਊਂਘ ਆ ਗਈ। ਅਸਲ ਵਿੱਚ ਉਹ ਜਨਮਾਂ ਜਨਮਾਂਤਰਾਂ ਤੋਂ ਨੀਂਦਰ ਦਾ ਭੁੱਖਾ ਹੈ, ਜਿਸ ਕਰਕੇ ਉਸ ਦੀ ਨੀਂਦਰ ਭੁੱਖ ਕਿਸੇ ਵੇਲੇ ਵੀ ਉਸ ਦਾ ਪਿੱਛਾ ਨਹੀਂ ਛੱਡਦੀ। ਸਾਰੀ ਰਾਤ ਕੋਲਿਆਂ ਨਾਲ ਘੁਲਦਾ ਜਦੋਂ ਉਹ ਨੀਂਦਰ ਦਾ ਭਾਂਗਾ ਪੂਰਾ ਕਰਨ ਲਈ ਕੁਆਟਰ ਤੱਕ ਪਹੁੰਚਦਾ ਤਾਂ ਬੂਹੇ ਵੜਦਿਆਂ ਹੀ ਗ੍ਰਹਿਸਥ ਦੀਆਂ ਜ਼ਿੰਮੇਵਾਰੀਆਂ ਉਸ ਦੀਆਂ ਅੱਖਾਂ ਵਿੱਚੋਂ ਨੀਂਦਰ ਨੂੰ ਸ਼ਿਸ਼ਕਾਰ ਦਿੰਦੀਆਂ। ਫਿਰ ਵੀ ਜੇ ਭੁੱਲ ਭੁਲੇਖੇ ਮੰਜੇ ਜਾ ਲੇਟੇ ਤਾਂ ਬਾਜ਼ਾਰ ਦਾ ਸੌਦਾ ਪੱਤਾ, ਬਿਮਾਰਾਂ ਲਈ ਦੁਆ ਦਾਰੂ, ਫੋਰਮੈਨ ਜਾਂ ਕਿਸੇ ਹੋਰ ਰੇਲਵੇ ਅਫਸਰ ਦੀਆਂ ਵਗਾਰਾਂ ਉਸ ਨੂੰ ਟਿਕਣ ਨਹੀਂ ਦਿੰਦੀਆਂ, ਜਿਸ ਕਰਕੇ ਉਸ ਨੂੰ ਸੱਦਰ ਜਿਹੀ ਪੈ ਗਈ ਕਿ ਕਦੀ ਕੋਈ ਵਕਤ ਆਵੇਗਾ ਜਦੋਂ ਉਹ ਰੱਜ ਕੇ ਸੌਂ ਸਕੇਗਾ। ਹੁਣ ਉਸਦੇ ਮਨ ਦੇ ਵਿੱਚ ਇੱਕ ਇਹ ਵੀ ਇੱਛਾ ਸੀ ਵੀ ਕਦੇ ਉਹ ਰੱਜ ਕੇ ਸੌਂਵੇ। ਅੰਮ੍ਰਿਤਸਰ ਜਾਣ ਬਾਰੇ ਉਸਨੇ ਜਦ ਕਦੇ ਵੀ ਸੋਚ ਵਿਚਾਰ ਕੀਤੀ, ਗੁਰੂ ਬਾਬੇ ਦੀ ਸੁਖਣਾ ਦੇ ਨਾਲ ਇਹ ਖਿਆਲ ਵੀ ਬਰਾਬਰ ਉਸਨੂੰ ਆਉਂਦਾ ਰਿਹਾ ਕਿ ਛੁੱਟੀਆਂ ਦੇ ਦਿਨ ਹੀ ਉਹ ਰੱਜ ਕੇ ਸੌਂਵੇਗਾ। ਫਿਰ ਸੌਂਵੇਗਾ ਵੀ ਮਾਮੇ ਦੀ ਮਹਿਲ ਵਰਗੀ ਕੋਠੀ ਵਿੱਚ, ਖੂਬ ਗੁਦਗੁਦਾ ਬਿਸਤਰਾ ਤੇ ਨਿੱਘਾ ਕਮਰਾ, ਜਿੱਥੇ ਨਾ ਕਿਸੇ ਅਫਸਰ ਦੀ ਵਗਾਰ ਦਾ ਫਿਕਰ ਹੋਵੇਗਾ ਤੇ ਨਾ ਘਰੋਗੀ ਝੰਜਟਾਂ ਨਾਲ ਵਾਸਤਾ। ਮਤਲਬ ਇਹ ਇੱਛਾ ਉਹ ਆਪਣੇ ਮਨ ਦੇ ਵਿੱਚ ਲੈ ਕੇ ਗਿਆ ਸੀ ਵੀ ਆਪਣੇ ਮਾਮੇ ਗੋਪਾਲ ਸਿੰਘ ਦੇ ਘਰ ਜਾ ਕੇ ਬੜੇ ਚੈਨ ਦੀ ਨੀਂਦ ਉਹ ਸੋਏਗਾ। ਇਸ ਵੇਲੇ ਗੱਡੀ ਵਿੱਚ ਬੈਠਿਆਂ ਵੀ ਉਹੀ ਜਨਮਾਂਤਰਾਂ ਦੀ ਨੀਂਦਰ ਦਾ ਗਲਬਾ ਉਸ ਉੱਤੇ ਛਾਇਆ ਹੋਇਆ ਸੀ। ਉਹ ਊਂਘ ਰਿਹਾ ਸੀ। ਇਹ ਊਂਘ ਜਾਂ ਨੀਂਦ ਜੋ ਕੁਝ ਵੀ ਸੀ, ਜੌਨ ਸਿੰਘ ਲਈ ਇਤਨੀ ਮਿੱਠੀ ਸੀ ਕਿ ਜਦ ਕਿ ਗੱਡੀ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਗੁਰੂ ਦੇ ਦਰਬਾਰ ਵਿੱਚ ਮੌਜੂਦ ਸੀ। ਆਪਣੀ ਪਤਨੀ ਤੇ ਬੱਚਿਆਂ ਸਮੇਤ ਉਹ ਇੱਕ ਝਮ ਕਰਦਾ ਚੰਦੋਆ ਗੁਰੂ ਬਾਬੇ ਦੀ ਭੇਟ ਕਰ ਰਿਹਾ ਸੀ ਤੇ ਗੁਰੂ ਬਾਬਾ ਉਸ ਦੀ ਸ਼ਰਧਾ ਭਗਤੀ ਉੱਤੇ ਨਿਹਾਲ ਹੋ ਕੇ ਉਸ ਨੂੰ 7 ਪੁੱਤਰਾਂ ਦਾ ਵਰਦਾਨ ਬਖਸ਼ ਰਿਹਾ ਸੀ। ਜਿਵੇਂ ਆਪਾਂ ਖੁੱਲ੍ਹੀਆਂ ਅੱਖਾਂ ਨਾਲ ਤੇ ਬੰਦ ਨਾਲ ਦੋਵੇਂ ਤਰ੍ਹਾਂ ਨਾਲ ਸੁਪਨੇ ਦੇਖਦੇ ਹਾਂ, ਇਸੇ ਤਰ੍ਹਾਂ ਨਾਲ ਉਹ ਸੁੱਤਾ ਪਿਆ ਹੋਇਆ ਵੀ, ਮਤਲਬ ਜਦੋਂ ਸੁਸਤ ਆ ਰਿਹਾ ਸੀ ਉਸ ਸਮੇਂ ਵੀ ਉਹ ਗੁਰੂ ਬਾਬੇ ਦੇ ਦਰਬਾਰ ਵਿੱਚ ਪਹੁੰਚ ਗਿਆ ਸੀ। ਚਿੰਤੇ ਹੀ ਸੰਸਕਾਰਾਂ ਦੀ ਤੱਤੀ ਸਾੜਵੀਂ ਹਵਾ ਦਾ ਇੱਕ ਬੁੱਲਾ ਕਿਤੋਂ ਆਇਆ, ਜਿਸ ਨੇ ਜੌਨ ਸਿੰਘ ਨੂੰ ਬਾਬੇ ਦੇ ਦਰਬਾਰ 'ਚੋਂ ਉਡਾ ਕੇ ਇੱਕ ਕਾਲੇ ਕਲੂਟੇ ਰੇਲਵੇ ਇੰਜਨ ਬਾਏ ਲੱਗੇ ਜਾ ਖਿਲਾਰਿਆ, ਕਿਉਂਕਿ ਉਹ ਉਸ ਦਾ ਕੰਮ ਸੀ। ਉਸ ਦੇ ਇੱਕ ਹੱਥ ਵਿੱਚ ਕੋਲੇ ਸੁੱਟਣ ਵਾਲਾ ਬੇਲਚਾ ਸੀ ਤੇ ਦੂਜੇ ਵਿੱਚ ਕੋਲੇ ਠਕੋਰਨ ਵਾਲਾ ਹੁੱਕ, ਤੇ ਉਹ ਸਿਰ ਤੋਂ ਪੈਰਾਂ ਤੱਕ ਕਾਲਾ ਭੂਤ ਬਣਿਆ ਹੋਇਆ ਦਬਾ ਦਬ ਫਾਇਰ ਬਾਕਸ ਵਿੱਚ ਕੋਲਾ ਸੁੱਟੀ ਜਾ ਰਿਹਾ ਸੀ।
ਡਿਊਟੀ 'ਤੇ ਹੁੰਦਿਆਂ ਕੋਲਾ ਸੁੱਟਦਿਆਂ ਜਦ ਕਦੇ ਅਚਾਨਕ ਹੀ ਉਸ ਦੀ ਅੱਖ ਲੱਗ ਜਾਂਦੀ ਤਾਂ ਸ਼ੰਟਰ ਤੇ ਡਰਾਈਵਰ ਦੀਆਂ ਦਿਲ ਸਾੜਵੀਆਂ ਗਾਲਾਂ ਉਸ ਦੇ ਅੱਗ ਨਾਲ ਤਪੇ ਹੋਏ ਸਰੀਰ ਨੂੰ ਹੋਰ ਵੀ ਤਪਾ ਦਿੰਦੀਆਂ ਸਨ। ਉਸ ਨੂੰ ਹੋਰ ਵੀ ਗੁੱਸਾ ਚੜ੍ਹਾ ਦਿੰਦੀਆਂ ਅਤੇ ਫਿਰ ਉਸ ਦੀਆਂ ਅੱਖਾਂ ਦੀ ਰੜਕ ਰਹੀ ਨੀਂਦਰ ਵਿੱਚ ਜ਼ਹਿਰ ਘੁਲ ਜਾਂਦਾ ਸੀ। ਗਾਲਾਂ ਨਿਰੀਆਂ ਉਸ ਦੇ ਸਰੀਰ ਅਤੇ ਮਨ ਨੂੰ ਤਪਾਉਣ ਦਾ ਹੀ ਕਾਰਨ ਨਹੀਂ ਸਨ, ਉਸ ਦੇ ਗ੍ਰੇਡ ਲਈ ਵੀ ਹਮੇਸ਼ਾ ਬ੍ਰੇਕ ਦਾ ਕੰਮ ਕਰਦੀਆਂ ਸਨ। 8 ਸਾਲਾਂ ਤੋਂ ਜਦੋਂ ਤੋਂ ਉਹ ਫਾਇਰਮੈਨ ਭਰਤੀ ਹੋਇਆ ਹੈ, ਇਹ ਨਾਮੁਰਾਦ ਸੀ ਗ੍ਰੇਡ ਜਿਵੇਂ ਜਿੰਨ ਬਣ ਕੇ ਉਸ ਨੂੰ ਚੰਬੜ ਗਿਆ ਹੋਵੇ। ਦੂਸਰੇ ਮੁਲਾਜ਼ਮਾਂ ਨੇ ਉੱਪਰਲਿਆਂ ਨੂੰ ਨਜ਼ਰਾਂ ਨਿਆਜ਼ਾਂ ਚੜ੍ਹਾ ਕੇ ਜਿੱਥੇ ਉਹਨਾਂ ਦੀਆਂ ਗਾਲਾਂ ਝਿੜਕਾਂ ਨੂੰ ਸ਼ੁਭ ਇੱਛਾਵਾਂ ਵਿੱਚ ਬਦਲ ਦਿੱਤਾ, ਉੱਥੇ ਉਹਨਾਂ ਦੇ ਗ੍ਰੇਡ ਵੀ ਬਦਲ ਗਏ। ਪਰ ਜੌਨ ਸਿੰਘ ਕਿਉਂਕਿ ਚਾਪਲੂਸੀ ਦੀ ਥਾਂ ਇਮਾਨਦਾਰੀ ਨੂੰ ਜੱਫਾ ਮਾਰੀ ਬੈਠਾ ਸੀ, ਜਿਸ ਲਈ ਅੱਜ ਤੱਕ ਨਾ ਤਾਂ ਉਸ ਦੇ ਗ੍ਰੇਡ ਵਿੱਚ ਕੋਈ ਅਦਲਾ ਬਦਲੀ ਹੋਈ ਅਤੇ ਨਾ ਹੀ ਉੱਪਰਲਿਆਂ ਦੀਆਂ ਗਾਲਾਂ ਸ਼ੁਭ ਇੱਛਾਵਾਂ ਵਿੱਚ ਤਬਦੀਲ ਹੋਈਆਂ। ਇਮਾਨਦਾਰੀ ਕਾਰਨ ਉਸ ਨੂੰ ਕੁਝ ਵੀ ਪ੍ਰਾਪਤ ਨਹੀਂ ਸੀ ਹੋਇਆ। ਨਾ ਉਹਦਾ ਗ੍ਰੇਡ ਵਧਿਆ, ਨਾ ਉਸ ਨੂੰ ਕੋਈ ਤਰੱਕੀ ਮਿਲੀ, ਨਾ ਕੋਈ ਉਸ ਦੇ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਂਦਾ ਸੀ। ਨੀਂਦਰ ਦੇ ਝੂਟਿਆਂ ਵਿੱਚ ਇਸੇ ਹੀ 2 ਕਿਸਮ ਦੀ ਦੁਨੀਆ, ਕਦੀ ਬਾਬੇ ਦੇ ਦਰਬਾਰ, ਕਦੀ ਬਾਇਲਰ ਦੇ ਅੱਗੇ ਵਾਰੋ ਵਾਰੀ ਮੌਜੂਦ ਹੁੰਦਿਆਂ ਜੌਨ ਸਿੰਘ ਨੇ ਰੇਲ ਦਾ ਸਫ਼ਰ ਮੁਕਾਇਆ ਅਤੇ ਜਦ ਅੰਮ੍ਰਿਤਸਰ ਸਟੇਸ਼ਨ ਦੀ ਹੱਦ ਵਿੱਚ ਗੱਡੀ ਦਾਖਲ ਹੋਈ ਤਾਂ ਉਸ ਨੂੰ ਅਨੁਭਵ ਹੋ ਰਿਹਾ ਸੀ ਜਿਵੇਂ ਇਹ ਉਹੀ ਗੱਡੀ ਜਿਹੜੀ ਲਗਾਤਾਰ 8 ਸਾਲਾਂ ਤੋਂ ਦਿੱਲੀ ਅਤੇ ਬਠਿੰਡੇ ਦੇ ਵਿਚਾਲੇ ਉਸ ਨੂੰ ਮੌਤ ਵਰਗੀਆਂ ਭੁਆਂਟਣੀਆਂ ਦਿੰਦੀ ਰਹੀ ਸੀ, ਅੱਜ ਕੋਈ ਅਰਸ਼ੀ ਪਰੀ ਬਣੀ ਆਪਣੇ ਨਾਜ਼ੁਕ ਖੰਭਾਂ 'ਤੇ ਸਵਾਰ ਕਰਕੇ ਉਸ ਨੂੰ ਮਹਾਂ ਸਵਰਗ ਵੱਲ ਲਿਜਾ ਰਹੀ ਹੋਵੇ। ਰੋਜ਼ ਉਹ ਗੱਡੀ ਵਿੱਚ ਸਫ਼ਰ ਤਾਂ ਕਰਦਾ ਸੀ ਕਿਉਂਕਿ ਉਹ ਇੱਕ ਫਾਇਰਮੈਨ ਸੀ, ਪਰ ਅੱਜ ਉਸ ਨੂੰ ਲੱਗ ਰਿਹਾ ਸੀ ਉਹ ਅੰਮ੍ਰਿਤਸਰ ਜਾ ਰਿਹਾ, ਤਾਂ ਉਹਨੂੰ ਲੱਗਦਾ ਵੀ ਅੱਜ ਹੀ ਗੱਡੀ ਇੱਕ ਅਰਸ਼ੀ ਪਰੀ ਬਣ ਕੇ ਉਸ 'ਤੇ ਉਹ ਸਵਾਰ ਹੋ ਕੇ ਮਹਾਂ ਸਵਰਗ ਵੱਲ ਜਾ ਰਿਹਾ। ਟਾਂਗਾ ਸਰਦਾਰ ਗੋਪਾਲ ਸਿੰਘ ਦੀ ਕੋਠੀ ਅੱਗੇ ਆ ਕੇ ਰੁਕਿਆ ਅਤੇ ਜੌਨ ਸਿੰਘ ਦਾ ਪਰਿਵਾਰ ਉਤਰ ਕੇ ਫਾਟਕ ਵਿੱਚ ਦਾਖਲ ਹੋਇਆ। ਇੰਦਰ ਕੌਰ ਨੇ ਸੱਜੇ ਪਾਸੇ ਕਾਕੇ ਨੂੰ ਚੁੱਕਿਆ ਹੋਇਆ ਸੀ ਅਤੇ ਖੱਬੇ ਹੱਥ ਵਿੱਚ ਕੱਪੜਿਆਂ ਦਾ ਥੈਲਾ, ਵੱਡੀ ਕੁੜੀ ਨੇ ਛੋਟੀ ਨੂੰ ਉਂਗਲੀ ਲਾਇਆ ਹੋਇਆ ਸੀ, ਨਾਲੇ ਰੋਟੀਆਂ ਵਾਲਾ ਡੱਬਾ ਹੱਥ ਵਿੱਚ ਲਮਕਾਈ ਆ ਰਹੀ ਸੀ। ਜੌਨ ਸਿੰਘ ਨਿੱਕੀ ਜਿਹੀ ਟਰੰਕੀ ਚੁੱਕੀ ਸਭਨਾਂ ਤੋਂ ਅੱਗੇ ਸੀ। ਨਾਲੋਂ ਨਾਲ ਕੋਠੀ ਦੀ ਸ਼ਾਨਦਾਰ ਇਮਾਰਤ, ਬਗੀਚੀ ਅਤੇ ਹੋਰ ਨਿੱਕੜ ਸੁੱਕੜ ਵੱਲ ਤਕਾ ਕੇ ਇੰਦਰ ਕੌਰ ਨੂੰ ਬੜੇ ਫਖਰ ਨਾਲ ਮਾਮਾ ਜੀ ਦੇ ਐਸ਼ਵਰਯ ਦੀਆਂ ਗੱਲਾਂ ਸੁਣਾਈ ਜਾ ਰਿਹਾ ਸੀ। ਇੰਦਰ ਕੌਰ, ਜਿਸ ਨੇ ਗਰੀਬੀ ਦੀ ਚੱਕੀ ਝੋਂਦਿਆਂ ਹੀ ਉਮਰ ਗੁਜ਼ਾਰੀ ਸੀ, ਆਪਣੇ ਪਤੀ ਦੇ ਭਾਗਾਂ ਨੂੰ ਸਲਾਹ ਰਹੀ ਸੀ, ਪ੍ਰਸ਼ੰਸਾ ਕਰ ਰਹੀ ਸੀ ਵੀ ਜਿਹਦੀ ਐਡੇ ਵੱਡੇ ਵਿਅਕਤੀ ਦੇ ਨਾਲ ਰਿਸ਼ਤੇਦਾਰੀ ਹੈ ਕਿ ਉਸਦਾ ਮਾਮਾ ਐਡਾ ਵੱਡਾ ਅਮੀਰ ਹੈ। ਸਰਦਾਰ ਗੋਪਾਲ ਸਿੰਘ ਹੋਰੀ ਗੋਲ ਕਮਰੇ ਵਿੱਚ ਬੈਠੇ ਆਪਣੇ ਕੁਝ ਮਹਿਮਾਨਾਂ ਨਾਲ ਵਾਰਤਾਲਾਪ ਕਰ ਰਹੇ ਸੀ, ਮੀਟਿੰਗ ਕਰ ਰਹੇ ਸੀ ਕਿ ਅਚਾਨਕ ਉਹਨਾਂ ਦੀ ਨਜ਼ਰ ਮੈਲੇ ਜੀਵਧਾਰੀਆਂ ਦੀ ਇੱਕ ਲਾਮ ਡੋਰੀ ਉੱਤੇ ਜਾ ਪਈ। ਹੁਣ ਕਹਾਣੀਕਾਰ ਨੇ ਮੈਲੇ ਜੀਵਧਾਰੀ ਕਿਹਨਾਂ ਨੂੰ ਕਿਹਾ? ਜੌਨ ਸਿੰਘ ਅਤੇ ਉਸਦੇ ਪਰਿਵਾਰ ਨੂੰ, ਜਿਹੜੇ ਅੱਗੜ ਪਿਛੜ ਵਰਾਂਡੇ ਦੀਆਂ 3 ਪੌੜੀਆਂ ਚੜ੍ਹ ਕੇ ਰਵਾਂ ਰਵੀ ਜਨਾਨਖਾਨੇ ਵੱਲ ਜਾ ਰਹੇ ਸਨ। ਸਰਦਾਰ ਹੋਰਾਂ ਦੀਆਂ ਅੱਖਾਂ ਇਸ ਬੀਭਤਸ ਨਜ਼ਾਰੇ ਨੂੰ ਤੱਕ ਕੇ ਸਹਾਰ ਨਾ ਸਕੀਆਂ, ਉਹਨੂੰ ਉਹ ਨਜ਼ਾਰਾ ਬਹੁਤਾ ਚੰਗਾ ਨਹੀਂ ਲੱਗਿਆ। ਉਹਨਾਂ ਦੀ ਕਹਿਰ ਭਰੀ ਨਜ਼ਰ ਚਿਪਸ ਦੇ ਫਰਸ਼ ਉੱਤੇ ਸੀ, ਜਿਹੜਾ ਮੈਲਾ ਕਦਮਾਂ ਨਾਲ ਦਾਗੀ ਹੋ ਰਿਹਾ ਸੀ। ਰਾਜ ਭਵਨ ਵਿੱਚ ਆ ਵੜੀ ਇਸ ਕਾਵਾਂ ਦੀ ਡਾਰ ਨੂੰ ਸ਼ਿਸ਼ਕਾਰਨ ਲਈ, ਰਾਜ ਭਵਨ ਮਤਲਬ ਗੋਪਾਲ ਸਿੰਘ ਦਾ ਘਰ, ਕਾਵਾਂ ਦੀ ਡਾਰ ਜੌਨ ਸਿੰਘ ਦਾ ਪਰਿਵਾਰ, ਸ਼ਿਸ਼ਕਾਰਨ ਲਈ ਉਹ ਕਿਸੇ ਨੌਕਰ ਨੂੰ ਆਵਾਜ਼ ਦੇਣ ਹੀ ਲੱਗੇ ਸਨ ਕਿ ਇਸ ਕੰਗਾਲ ਕਾਫਲੇ ਦਾ ਮੋਹਰੀ ਉਹਨਾਂ ਦੇ ਸਾਹਮਣੇ ਉਪਸਥਿਤ ਹੋਇਆ। ਮਾਮਾ ਜੀ ਸਤਿ ਸ਼੍ਰੀ ਅਕਾਲ। ਜੌਨ ਸਿੰਘ ਨੇ ਅੱਗੇ ਵੱਧ ਕੇ ਉਸ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਕੌਣ ਜਿਉਣਾ? ਅੱਖਾਂ ਵਿੱਚ ਚਾਪਲੂਸ ਜਿਹਾ ਹਾਸਾ ਭਰ ਕੇ ਸਰਦਾਰ ਹੋਰਾਂ ਸਵਾਲ ਕੀਤਾ। ਸੁਣਾ, ਕਦੋਂ ਆਇਆ ਜਿਉਣਿਆ? ਕਿ ਤੁਰੇ ਹੀ ਆਉਂਦੇ ਆ ਮਾਮਾ ਜੀ। ਅੱਛਾ ਚਲੋ ਅੰਦਰ। ਸਰਦਾਰ ਹੋਰੀ ਪੇਚਤਾਬ ਖਾਂਦੇ ਰਹਿ ਗਏ, ਹੈਰਾਨ ਪਰੇਸ਼ਾਨ ਰਹਿ ਗਏ। ਕਾਫਲਾ ਅੰਦਰ ਲੰਘ ਗਿਆ। ਮਾਨਯੋਗ ਦੋਸਤਾਂ ਦੇ ਸਾਹਮਣੇ ਇੱਕ ਤੁੱਛ ਜਿਹੇ ਆਦਮੀ ਦੇ ਮੂੰਹੋਂ ਆਪਣੇ ਲਈ ਮਾਮਾ ਸੰਬੋਧਨ ਬੰਦੂਕ ਦਾ ਦੁਗਾੜਾ ਬਣ ਕੇ ਉਹਨਾਂ ਦੀ ਹਿੱਕ ਵਿੱਚ ਵੱਜਾ। ਜੇ ਜੌਨ ਸਿੰਘ ਇਹ ਮਾਮਾ ਸ਼ਬਦ ਨਾ ਮੂੰਹੋਂ ਫੁੱਟਦਾ ਤਾਂ ਸ਼ਾਇਦ ਉਹ ਆਪਣੇ ਮਹਿਮਾਨਾਂ ਦੀ ਐਨ ਓਲਡ ਸਰਵੈਂਟ ਆਫ ਮਾਈਨ ਕਹਿ ਕੇ ਤਸੱਲੀ ਕਰਾ ਦਿੰਦੇ, ਫਿਰ ਕਹਿ ਦਿੰਦੇ ਵੀ ਮੇਰਾ ਪੁਰਾਣਾ ਨੌਕਰ ਹੈ। ਪਰ ਹੁਣ ਕੀ ਕਹਿ ਕੇ ਆਪਣੀ ਪੋਜੀਸ਼ਨ ਨੂੰ ਬਚਾਉਣ? ਅਖੀਰ ਜ਼ਹਿਰ ਦੇ ਘੁੱਟ ਵਾਂਗ ਇਸ ਅਸਹਿ ਸਦਮੇ ਨੂੰ ਪੀ ਗਏ ਅਤੇ ਦੋਸਤਾਂ ਨਾਲ ਉਹਨਾਂ ਕਿਸੇ ਐਸੇ ਦਿਲਚਸਪ ਮਾਮਲੇ ਉੱਤੇ ਗੱਲਬਾਤ ਸ਼ੁਰੂ ਕਰ ਦਿੱਤੀ ਜਿਸ ਨਾਲ ਇਸ ਹੋਈ ਘਟਨਾ ਦਾ ਉਹਨਾਂ ਲੋਕਾਂ ਨੂੰ ਚੇਤਾ ਭੁੱਲ ਜਾਵੇ। ਪਰ ਬਦਕਿਸਮਤੀ ਨੇ ਫਿਰ ਵੀ ਉਹਨਾਂ ਦਾ ਖਹਿੜਾ ਨਾ ਛੱਡਿਆ। ਜਦ ਥੋੜ੍ਹੇ ਚਿਰ ਬਾਅਦ ਇੱਕ ਵਾਰੀ ਮੁੜ ਉਹੀ ਕਾਫਲਾ ਰਿਟਰਨਿੰਗ ਮਾਰਚ ਕਰਦਾ ਉਹਨਾਂ ਦੇ ਸਾਹਮਣਿਓਂ ਲੰਘਿਆ। ਅੱਛਾ ਮਾਮਾ ਜੀ, ਸੁੱਚੇ ਮੂੰਹ ਜਾ ਕੇ ਮੱਥਾ ਟੇਕ ਆਈਏ ਪਹਿਲਾਂ, ਫਿਰ ਗੱਲਾਂ ਕਰਾਂਗੇ ਬਹਿ ਕੇ। ਦੁਪਹਿਰਾਂ ਦਾ ਗਿਆ ਇਹ ਪਰਿਵਾਰ ਕਿਤੇ ਸ਼ਾਮੀਂ ਵਾਪਸ ਮੁੜਿਆ। ਇਸ਼ਨਾਨ ਪਾਣੀ ਤੋਂ ਬਾਅਦ ਕੜਾਹ ਪ੍ਰਸ਼ਾਦ ਲੈ ਕੇ ਗੁਰੂ ਬਾਬੇ ਦੇ ਦਰਬਾਰ ਹਾਜ਼ਰ ਹੋਏ। ਕੀਰਤਨ ਸੁਣਿਆ। ਪਤੀ ਪਤਨੀ ਦਾ ਰੋਮ ਰੋਮ ਖਿੜ ਗਿਆ, ਬਹੁਤ ਖੁਸ਼ ਹੋਏ ਉਹ।
ਅੰਮ੍ਰਿਤਸਰ ਦੇ ਗੁਰਦੁਆਰੇ ਵਿੱਚ ਜਾ ਕੇ। ਰੋਟੀ ਵਾਲਾ ਡੱਬਾ ਉਹਨਾਂ ਦੇ ਕੋਲ ਸੀ, ਜਿਸ ਵਿੱਚ ਹੁਣ ਦੇ ਡੰਗ ਦਾ ਖਾਣ ਜੋਗਾ ਸਮਾਨ ਹੈ ਸੀ, ਕਿਉਂਕਿ ਹੱਥ ਨਾਲ ਪਕਾਈਆਂ ਹੋਈਆਂ ਰੋਟੀਆਂ ਅਤੇ ਆਲੂਆਂ ਦੀ ਭੁਰਜੀ ਉਹ ਲੈ ਕੇ ਟੁਰੇ ਸਨ। ਰੋਟੀ ਖਾ ਕੇ ਬਾਜ਼ਾਰ ਦਾ ਚੱਕਰ ਲਾਇਆ। ਖਰੀਦਣ ਵਾਲੀਆਂ ਚੀਜ਼ਾਂ ਬਾਰੇ ਜਿਉਣ ਸਿੰਘ ਦਾ ਵਿਚਾਰ ਸੀ, ਇਹ ਕੰਮ ਵਾਪਸ ਜਾਣ ਵੇਲੇ ਕਰ ਲਿਆ ਜਾਏਗਾ। ਕੋਠੀ ਪਹੁੰਚਦਿਆਂ ਤੱਕ ਕਾਫੀ ਹਨੇਰਾ ਹੋ ਗਿਆ ਸੀ। ਟਾਂਗੇ ਵਿੱਚ ਬੈਠਾ ਬੈਠਾ ਜਿਉਣ ਸਿੰਘ ਊਂਘ ਰਿਹਾ ਸੀ ਅਤੇ ਇਸ ਊਂਘ ਵਿੱਚ ਉਸਨੂੰ ਕੋਈ ਡਾਢਾ ਹੀ ਸੁਖਾਵਾਂ ਸੁਨੇਹਾ ਮਿਲੀ ਜਾ ਰਿਹਾ ਸੀ। ਅੱਜ ਦੀ ਰਾਤ ਖੂਬ ਨੀਂਦਰ ਭਰ ਕੇ ਸੋਵਾਂਗਾ ਮਾਮਾ ਜੀ ਦੀ ਕੋਠੀ ਵਿੱਚ। ਅਤੇ ਫਿਰ ਇੱਕ ਚਮਚਮ ਕਰਦਾ ਚੰਦੋਆ ਉਸ ਦੀਆਂ ਅੱਖਾਂ ਅੱਗੇ ਫਿਰਨ ਲੱਗ ਪੈਂਦਾ। ਜਿਉਣ ਸਿੰਘ ਤੇ ਇੰਦਰ ਕੌਰ ਦੇ ਕਦਮ ਮਾਂ ਨੂੰ ਫਰਸ਼ ਨਾਲ ਸਿਉਂਤੇ ਗਏ। ਜਦੋਂ ਅੰਦਰ ਲੰਘਣ ਤੋਂ ਪਹਿਲਾਂ ਉਹਨਾਂ ਦੇ ਕੰਨੀ ਕੁਝ ਆਵਾਜ਼ਾਂ ਪਈਆਂ। ਇਹ ਕਿੱਥੋਂ ਆ ਮੋਈ ਚੰਗੜਾਂ ਦੀ ਟੋਲੀ? ਮੈਨੂੰ ਤੇ ਜੀ ਆਪ ਚਿੰਤਾ ਲੱਗੀ ਹੋਈ ਹੈ। ਭੈੜੇ ਕੀਚਰਾਂ ਨੇ ਫਰਸ਼ ਦਾ ਸੱਤਿਆਨਾਸ ਕਰ ਛੱਡਿਆ। ਵਿਚਾਰੇ ਖੁਸ਼ੀਆਂ ਨੂੰ ਦੂਜੀ ਵਾਰੀ ਸਾਫ਼ ਕਰਨਾ ਪਿਆ। ਮਤਲਬ ਗੋਪਾਲ ਸਿੰਘ ਦੀ ਪਤਨੀ ਨੇ ਇਹ ਸ਼ਬਦ ਆਪਣੇ ਪਤੀ ਨੂੰ ਕਹੇ। ਕੀ ਕਹਿੰਦੇ ਸੀ? ਫਿਰ ਆਵਾਂਗੇ। ਆਹੋ ਜੀ, ਆਉਣਾ ਨਹੀਂ ਤੇ ਹੋਰ ਮੜੀਆਂ ਵਿੱਚ ਰਹਿਣਾ ਨੇ। ਤੇ ਦਫਾ ਕਦੋਂ ਹੋਣਗੇ ਕੀ ਪਤਾ। ਉਹ ਮੂੰਹ ਕਾਲੀ ਤੇ ਕਹਿੰਦੀ ਸੀ ਇੱਥੇ ਰਹਿ ਕੇ ਚੰਦੋਆ ਤਿਆਰ ਕਰਵਾਉਣਾ ਵੇ। ਹਿਸ਼ ਮੁਸਾਫਰ ਖਾਨਾ ਲੱਭਾ ਹੋਣਾ ਨੇ। ਆਉਂਦੇ ਨੇ ਤੇ ਦਫਾ ਕਰਨੇ 2-4 ਮੰਨੀਆਂ ਖਵਾ ਕੇ, ਮਤਲਬ ਰੋਟੀਆਂ ਖਵਾ ਕੇ। ਮੈਂ ਨਹੀਂ ਇਸ ਬੇਇੱਜ਼ਤੀ ਨੂੰ ਬਰਦਾਸ਼ਤ ਕਰ ਸਕਦਾ। ਬੇਵਕੂਫ ਨੇ ਨਾ ਅੱਗਾ ਵੇਖਿਆ ਨਾ ਪਿੱਛਾ ਤੇ ਸ਼ਰੀਫ ਆਦਮੀਆਂ ਦੇ ਸਾਹਮਣੇ ਮੈਨੂੰ ਮਾਮਾ ਕਹਿ ਦਿੱਤਾ। ਮਤਲਬ ਇੱਥੋਂ ਪਤਾ ਚੱਲਦਾ ਵੀ ਜਿਹੜਾ ਅਮੀਰ ਵਿਅਕਤੀ ਆ ਉਹ ਉਸ ਲਈ ਗਰੀਬ ਕੋਈ ਵੀ ਸਥਾਨ ਨਹੀਂ ਰੱਖਦਾ। ਇਸੇ ਕਰਕੇ ਮੈਂ ਉਹਨਾਂ ਦਾ ਲਟਾ ਪਟਾ ਚੁਕਾ ਕੇ ਬਾਹਰ ਰਖਵਾ ਛੱਡਿਆ ਜੀ। ਚਾਰੇ ਬੰਨੇ ਜੇ ਰਾਤੀ ਨਾ ਹੀ ਮਗਰੋਂ ਲੱਥੇ ਤਾਂ ਸਰਵੈਂਟਸ ਕੁਆਟਰ ਵਿੱਚ ਵਾੜਾਂਗੀ ਨੇ। ਦਿਨ ਚੜ੍ਹਦੇ ਕਹਾਂਗੀ ਚੁੱਕੋ ਬੋਰੀਆ ਬਿਸਤਰਾ ਤੇ ਤੁਰਦੇ ਬਣੋ। ਇਸ ਤੋਂ ਅੱਗੇ ਕੀ ਗੱਲਾਂ ਹੋਈਆਂ ਇਹ ਲੋਕ ਨਾ ਸੁਣ ਸਕੇ। ਦੋਹਾਂ ਦੇ ਕੰਨਾਂ ਵਿੱਚ ਤੂਫਾਨ ਵਰਗੀ ਸਾਂ ਹੋਣ ਲੱਗ ਪਈ। ਇੰਦਰ ਕੌਰ ਨੇ ਗਰਦਨ ਮੋੜ ਕੇ ਵਰਾਂਡੇ ਤੋਂ ਬਾਹਰ ਤੱਕਿਆ। ਵਾਰਡ ਦੀ ਮੁੱਢ ਉਹਨਾਂ ਦੀ ਟਰੰਕੀ ਪਈ ਸੀ, ਜਿਸ ਉੱਤੇ ਉਹੀ ਪੁਰਾਣਾ ਕੰਬਲ ਤੇ ਕੰਬਲ ਉੱਤੇ ਕੱਪੜਿਆਂ ਵਾਲਾ ਥੈਲਾ। ਦੋਹਾਂ ਨੇ ਦੋਹਾਂ ਵੱਲ ਸਵਾਲੀਆ ਜਿਹੀਆਂ ਨਜ਼ਰਾਂ ਨਾਲ ਤੱਕਿਆ। ਕਿਹੜੀਆਂ ਸਵਾਲੀਆ ਨਜ਼ਰਾਂ? ਵੀ ਉਹ ਕੀ ਆਸ ਲੈ ਕੇ ਆਏ ਸੀ ਤੇ ਹੁਣ ਕੀ ਲੈ ਕੇ ਜਾ ਰਹੇ ਨੇ। ਤੇ ਫਿਰ ਪਿਛਾਂਹ ਪਰਤ ਪਏ। ਕੁੜੀਆਂ ਨੂੰ ਵੀ ਇਸ਼ਾਰੇ ਨਾਲ ਪਿਛਾਂਹ ਮੋੜ ਲਿਆ। ਫਿਰ ਵਾਰਡ ਕੋਲ ਪਹੁੰਚ ਕੇ ਇਹਨਾਂ ਸਮਾਨ ਚੁੱਕ ਲਿਆ। ਇੰਦਰ ਕੌਰ ਦੀ ਆਵਾਜ਼ ਥਿੜਕ ਕੇ ਨਿਕਲੀ, ਤੇ ਚੰਦੋਏ ਦਾ ਕੀ ਬਣੇਗਾ? ਗੁਰੂ ਬਾਬਾ ਸਾਰੇ ਲੋਕਾਂ ਪਾਸੋਂ ਚੰਦੋਏ ਥੋੜ੍ਹਾ ਹੀ ਮੰਗਦਾ ਜਿਹਨਾਂ ਨੂੰ ਪੁੱਤਰ ਦਿੰਦਾ ਵਾ। ਪਰ ਕਾਕਾ ਬਿਮਾਰ ਜੋ ਹੋ ਗਿਆ ਸੀ, ਗੁਰੂ ਰਾਖਾ ਕਾਕੇ ਦਾ। ਤੇ ਫਿਰ ਇਹ ਲਾਮ ਡੋਰੀ ਹਨੇਰੇ ਨੂੰ ਚੀਰਦੀ ਹੋਈ ਕੋਠੀ ਤੋਂ ਬਾਹਰ ਹੋ ਗਈ।